हाँ जी 12th क्लास स्टूडेंट्स, इस वीडियो ਦੇ ਵਿੱਚ मैं ਤੁਹਾਨੂੰ ਜਿਹੜੇ ਕਿ ਨੈਕਸਟ ਪਾਰਟ ਕਰਵਾ ਰਹੀ ਹਾਂ। ਜਿਹੜਾ ਨਮੂਨਾ ਪ੍ਰਸ਼ਨ 72 ਸੈਂਪਲ ਪੇਪਰ ਸੀ, ਮੋਡਲ ਟੈਸਟ ਪੇਪਰ ਹਿਸਟਰੀ ਦਾ ਮੈਂ 1 ਮਾਰਕਸ ਵਾਲੇ ਪਹਿਲੀ ਵੀਡੀਓ ਦੇ ਵਿੱਚ ਅਪਲੋਡ ਕਰ ਚੁੱਕੀ ਹਾਂ। ਤੇ ਇਸ ਵੀਡੀਓ ਦੇ ਵਿੱਚ 3 ਮਾਰਕਸ ਵਾਲੇ ਤੇ 5 ਮਾਰਕਸ ਵਾਲੇ ਕੁਐਸਚਨਸ ਵਿਦ ਆਨਸਰਸ ਕਰਵਾ ਰਹੀ ਹਾਂ। ਈਡੀ ਭਾਗ ਦੇ ਵਿੱਚ ਨੇ 3 ਮਾਰਕਸ ਵਾਲੇ ਕੁਐਸਚਨਸ। हाँ जी स्टूडेंट्स, 3 मार्क्स वाले क्वेश्चनस ਤੁਹਾਨੂੰ एग्जाम ਦੇ ਵਿੱਚ ਜਿਹੜੇ ਕਿ 8 ਆਉਣਗੇ। ਦੈਨ ਯੂ ਕੈਨ ਚੂਜ਼ ਐਨੀ 5। ਤੁਸੀਂ ਕੋਈ ਜਿਹੜੇ ਕਿ 5 ਚੂਜ਼ ਕਰਨੇ ਨੇ, ਅਟੈਂਪਟ ਕਰਨੇ ਨੇ। ਤੇ ਈਚ ਕੁਐਸਚਨ ਹੈ ਜਿਹੜੇ ਕਿ 3 ਮਾਰਕਸ ਦਾ। ਫਸਟ ਕੁਐਸਚਨ ਹੈ, ਪੰਜਾਬ ਨੂੰ ਭਾਰਤ ਦਾ ਪ੍ਰਵੇਸ਼ ਦੁਆਰ ਕਿਉਂ ਕਿਹਾ ਜਾਂਦਾ? ਵੈਰੀ ਇੰਪੋਰਟੈਂਟ ਕੁਐਸਚਨ ਹੈ ਇਹ। ਤੇ ਹਾਂਜੀ ਆਨਸਰ ਹੈ, ਆਪਣੀ ਭੂਗੋਲਿਕ ਸਥਿਤੀ ਦੇ ਕਾਰਨ ਪੰਜਾਬ ਸਦੀਆਂ ਤੱਕ ਜਿਹੜੇ ਕਿ ਭਾਰਤ ਦਾ ਪ੍ਰਵੇਸ਼ ਦੁਆਰ ਰਿਹਾ ਹੈ। ਤੇ ਇਸ ਦੇ ਉੱਤਰ ਪੱਛਮ ਭਾਵ ਕਿ ਪੰਜਾਬ ਦੇ ਉੱਤਰ ਪੱਛਮ ਵਾਲੀ ਸਾਈਡ 'ਤੇ ਖੈਬਰ, ਕੁਰਮ, ਟੋਚੀ ਅਤੇ ਬੁਲਾਨ ਨਾਂ ਦੇ ਜਿਹੜੇ ਕਿ ਦਰੇ ਸਥਿਤ ਹਨ। ਤੇ ਇਹਨਾਂ ਦਰਿਆਂ ਨੂੰ ਪਾਰ ਕਰਨਾ ਕੋਈ ਔਖਾ ਕੰਮ ਨਹੀਂ ਸੀ, ਭਾਵ ਕਿ ਇਹਨਾਂ ਦਰਿਆਂ ਨੂੰ ਜਿਹੜੇ ਕਿ ਬਹੁਤ ਸੌਖੇ ਢੰਗ ਨਾਲ ਜਿਹੜੇ ਕਿ ਪਾਰ ਕੀਤਾ ਜਾ ਸਕਦਾ ਸੀ। ਤੇ ਪ੍ਰਾਚੀਨ ਸਮੇਂ ਤੋਂ ਹੀ ਜਿਹੜੇ ਕਿ ਵਿਦੇਸ਼ੀ ਹਮਲਾਵਰ ਨੇ ਉਹ ਇਸੇ ਰਸਤੇ ਤੋਂ ਹੀ ਹਮਲਾ ਕਰਦੇ ਰਹੇ ਹਨ, ਭਾਵ ਕਿ ਜਿਹੜੇ ਵਿਦੇਸ਼ੀ ਹਮਲਾਵਰ ਨੇ ਉਹ ਇਹਨਾਂ ਦਰਿਆਂ ਰਾਹੀਂ ਹੀ ਜਿਹੜੇ ਕਿ ਹਮਲਾ ਕਰਕੇ ਅੱਗੇ ਭਾਰਤ ਦੇ ਵਿੱਚ ਜਿਹੜੇ ਕਿ ਹਮਲਾ ਕਰਦੇ ਸੀ, ਭਾਵ ਕਿ ਉਹਨਾਂ ਨੂੰ ਸਭ ਤੋਂ ਪਹਿਲਾਂ ਜਿਹੜੇ ਕਿ ਇਹਨਾਂ ਦਰਿਆਂ ਨੂੰ ਪਾਰ ਕਰਕੇ ਪੰਜਾਬ ਦੇ ਲੋਕਾਂ ਨਾਲ ਜਿਹੜੇ ਕਿ ਉਹ ਸੰਘਰਸ਼ ਕਰਦੇ ਸੀ। ਤੇ ਇਹ ਜਿਹੜੇ ਕਿ ਦਰੇ ਨੇ ਭਾਰਤ ਦੇ ਉੱਤੇ ਹਮਲਾ ਕਰਨ ਲਈ ਵਿਦੇਸ਼ੀ ਹਮਲਾਵਰਾਂ ਲਈ ਇੱਕ ਮਾਰਗ, ਇੱਕ ਰਸਤੇ ਦੇ ਤੌਰ 'ਤੇ ਜਿਹੜੇ ਕਿ ਉਹਨਾਂ ਨੇ ਕੰਮ ਕੀਤਾ, ਜਿਸ ਕਰਕੇ ਜਿਹੜੇ ਕਿ ਪੰਜਾਬ ਨੂੰ ਭਾਰਤ ਦਾ ਪ੍ਰਵੇਸ਼ ਦੁਆਰ ਕਿਹਾ ਜਾਂਦਾ ਹੈ। ਤੇ ਸਭ ਤੋਂ ਪਹਿਲਾਂ ਜਿਹੜੇ ਕਿ ਵਿਦੇਸ਼ੀ ਹਮਲਾਵਰ ਇਹਨਾਂ ਦਰਿਆਂ ਨੂੰ ਪਾਰ ਕਰਕੇ ਪੰਜਾਬ ਦੇ ਲੋਕਾਂ ਨਾਲ ਸੰਘਰਸ਼ ਕਰਦੇ ਸੀ। ਉਸ ਤੋਂ ਬਾਅਦ ਜਿਹੜੇ ਕਿ ਅੱਗੇ ਉਹ ਭਾਰਤ ਦੇ ਦੂਜੇ ਹਿੱਸਿਆਂ ਦੇ ਵਿੱਚ ਜਿਹੜੇ ਕਿ ਹਮਲਾ ਕਰਦੇ ਸੀ। ਹਾਂਜੀ ਸਟੂਡੈਂਟਸ, ਨੈਕਸਟ ਕੁਐਸਚਨ ਹੈ, ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦੇ ਕੀ ਉਦੇਸ਼ ਸਨ? ਤਾਂ ਇਸ ਦਾ ਆਨਸਰ ਹੈ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਤੋਂ ਭਾਵ ਆ ਜਿਹੜੇ ਕਿ ਉਹਨਾਂ ਦੀਆਂ ਯਾਤਰਾਵਾਂ ਤੋਂ ਹੈ। ਗੁਰੂ ਨਾਨਕ ਦੇਵ ਜੀ ਦੁਆਰਾ ਜਿਹੜੇ ਕਿ ਯਾਤਰਾਵਾਂ ਕੀਤੀਆਂ ਗਈਆਂ ਨੇ ਉਹਨਾਂ ਨੂੰ ਉਦਾਸੀਆਂ ਦਾ ਨਾਂ ਦਿੱਤਾ ਗਿਆ। ਤੇ ਇਹਨਾਂ ਉਦਾਸੀਆਂ ਦਾ ਉਦੇਸ਼ ਆ ਜਿਹੜੇ ਕਿ ਪ੍ਰਮੁੱਖ ਉਦੇਸ਼ ਸੀ ਲੋਕਾਂ ਦੇ ਵਿੱਚ ਫੈਲੀ ਅਗਿਆਨਤਾ ਅਤੇ ਅੰਧ ਵਿਸ਼ਵਾਸ ਨੂੰ ਦੂਰ ਕਰਨਾ ਸੀ, ਭਾਵ ਕਿ ਲੋਕਾਂ ਦੇ ਵਿੱਚ ਫੈਲੀ ਹੋਈ ਜਿਹੜੀ ਅਗਿਆਨਤਾ, ਅੰਧ ਵਿਸ਼ਵਾਸਤਾ ਨੂੰ ਦੂਰ ਕਰਕੇ ਉਹਨਾਂ ਨੂੰ ਸੱਚ ਦੇ ਮਾਰਗ 'ਤੇ ਲੈ ਕੇ ਆਉਣਾ ਸੀ। ਤੇ ਗੁਰੂ ਸਾਹਿਬ ਜੀ ਇੱਕ ਪਰਮਾਤਮਾ ਦੀ ਪੂਜਾ ਅਤੇ ਆਪਸੀ ਭਾਈਚਾਰੇ ਦਾ ਸੰਦੇਸ਼ ਆਮ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਸਨ। ਤੇ ਗੁਰੂ ਨਾਨਕ ਸਾਹਿਬ ਨੇ ਲੋਕਾਂ ਨੂੰ ਆਪਣੇ ਵਿਚਾਰਾਂ ਤੋਂ ਜਾਣੂ ਕਰਾਇਆ ਤੇ ਉਹਨਾਂ ਨੇ ਸਮਾਜ ਦੇ ਵਿੱਚ ਉਸ ਟਾਈਮ 'ਚ ਪ੍ਰਚਲਿਤ ਝੂਠੇ ਰੀਤੀ ਰਿਵਾਜ, ਕਰਮਕਾਂਡ ਤੇ ਕੁਰੀਤੀਆਂ ਦਾ ਖੰਡਨ ਕੀਤਾ ਤੇ ਲੋਕਾਂ ਨੂੰ ਸੱਚ ਦੇ ਮਾਰਗ ਉੱਤੇ ਚੱਲਣ ਦਾ ਉਪਦੇਸ਼ ਦਿੱਤਾ ਤੇ ਉਹਨਾਂ ਦੇ ਵਿੱਚ ਫੈਲੀ ਹੋਈ ਅਗਿਆਨਤਾ ਨੂੰ ਦੂਰ ਕੀਤਾ। ਇਹ ਉਹਨਾਂ ਦੀਆਂ ਉਦਾਸੀਆਂ ਦੇ ਜਿਹੜੇ ਕਿ ਉਦੇਸ਼ ਸੀ। ਹਾਂਜੀ ਸਟੂਡੈਂਟਸ, ਅੱਗੇ ਥਰਡ ਕੁਐਸਚਨ ਹੈ, ਮੀਰੀ ਅਤੇ ਪੀਰੀ ਤੋਂ ਕੀ ਭਾਵ ਹੈ? ਤਾਂ ਇਸ ਦਾ ਆਨਸਰ ਹੈ, ਹਾਂਜੀ ਸਟੂਡੈਂਟਸ, ਮੀਰੀ ਤੇ ਪੀਰੀ ਵਾਲਾ ਕੁਐਸਚਨ ਦਾ ਆਨਸਰ। ਤੇ ਇਹ ਵੀ ਕੁਐਸਚਨ ਬਹੁਤ ਜ਼ਿਆਦਾ ਇੰਪੋਰਟੈਂਟ ਆ, ਜਿਵੇਂ ਤੁਸੀਂ ਦੇਖ ਹੀ ਰਹੇ ਹੋ ਕਿ ਇਹ ਵਾਰ-ਵਾਰ ਜਿਹੜੇ ਕਿ ਫਾਈਨਲ ਐਗਜ਼ਾਮ ਦੇ ਵਿੱਚ ਆਇਆ ਹੋਇਆ ਤੇ ਸਤੰਬਰ ਪੇਪਰ ਦੇ ਵਿੱਚ। ਹਾਂਜੀ ਇਹਦਾ ਆਨਸਰ ਹੈ, ਸ਼੍ਰੀ ਗੁਰੂ ਹਰਗੋਬਿੰਦ ਜੀ ਨੇ ਗੁਰਗੱਦੀ 'ਤੇ ਵਿਰਾਜਮਾਨ ਹੁੰਦੇ ਸਮੇਂ ਮੀਰੀ ਤੇ ਪੀਰੀ ਨਾਂ ਦੀਆਂ 2 ਤਲਵਾਰਾਂ ਧਾਰਨ ਕੀਤੀਆਂ। ਸ਼੍ਰੀ ਗੁਰੂ ਹਰਗੋਬਿੰਦ ਜੀ ਜਿਹੜੇ ਕਿ ਸਿੱਖ ਧਰਮ ਦੇ ਵਿੱਚ 6ਵੇਂ ਗੁਰੂ ਸਾਹਿਬਾਨ ਹੋਏ ਨੇ ਤੇ ਸ਼੍ਰੀ ਗੁਰੂ ਹਰਗੋਬਿੰਦ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸਪੁੱਤਰ ਸਨ। ਤੇ ਇਹਨਾਂ ਨੇ 2 ਤਲਵਾਰਾਂ ਧਾਰਨ ਕੀਤੀਆਂ, ਇੱਕ ਮੀਰੀ ਤੇ ਦੂਜੀ ਪੀਰੀ ਦੀ। ਤੇ ਮੀਰੀ ਤਲਵਾਰਾਂ ਜਿਹੜੇ ਕਿ ਦੁਨਿਆਵੀ ਅਗਵਾਈ ਦੀ ਪ੍ਰਤੀਕ ਸੀ, ਭਾਵ ਕਿ ਸੰਸਾਰਿਕ ਅਗਵਾਈ ਦੀ ਪ੍ਰਤੀਕ ਸੀ। ਤੇ ਜਦਕਿ ਪੀਰੀ ਤਲਵਾਰ ਆ ਜਿਹੜੀ ਕਿ ਧਾਰਮਿਕ ਅਗਵਾਈ ਦੀ ਪ੍ਰਤੀਕ ਸੀ। ਪੀਰੀ ਭਾਵ ਕਿ ਅਧਿਆਤਮਕ ਅਗਵਾਈ ਦੀ ਪ੍ਰਤੀਕ ਸੀ। ਤੇ ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਨੇ ਸਿੱਖਾਂ ਨੂੰ ਜਿਹੜੇ ਕਿ ਸੰਤ ਸਿਪਾਹੀ ਬਣਾ ਦਿੱਤਾ, ਮੀਰੀ ਤੇ ਪੀਰੀ ਨਾਂ ਦੀਆਂ 2 ਤਲਵਾਰਾਂ ਧਾਰਨ ਕਰਕੇ। ਤੇ ਇਹਦੇ ਨਾਲ ਜਿਹੜੇ ਕਿ ਸਿੱਖਾਂ ਦੇ ਵਿੱਚ ਜੋਸ਼ੀਲੀ ਭਾਵਨਾ ਦਾ ਸੰਚਾਰ ਹੋਇਆ। ਦੂਜਾ, ਇਸ ਨੀਤੀ ਦੇ ਨਾਲ ਆ ਜਿਹੜੇ ਕਿ ਉਹਨਾਂ ਨੇ ਹੁਣ ਧਰਮ ਦੀ ਰੱਖਿਆ ਦੇ ਲਈ ਜਿਹੜੇ ਕਿ ਹਥਿਆਰ ਚੁੱਕਣ ਦਾ ਫੈਸਲਾ ਕੀਤਾ। ਤੀਜਾ, ਇਸ ਦੇ ਨਾਲ ਜਿਹੜੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਇਸੇ ਨੀਤੀ 'ਤੇ ਚੱਲਦੇ ਹੋਇਆਂ ਖਾਲਸਾ ਪੰਥ ਦੀ ਸਿਰਜਣਾ ਕੀਤੀ। ਇਹ ਜਿਹੜੇ ਕਿ ਮੀਰੀ ਤੇ ਪੀਰੀ ਨਾਂ ਦੀਆਂ ਜਿਹੜੇ ਕਿ ਗੁਰੂ ਜੀ ਨੇ ਨਵੀਂ ਨੀਤੀ ਧਾਰਨ ਕੀਤੀ, ਉਹਦੀ ਅੱਗੇ ਮਹੱਤਤਾ ਦੱਸੀ ਹੋਈ ਹੈ।
ਤੇ ਮੀਰੀ ਤੇ ਪੀਰੀ ਤੋਂ ਭਾਵ ਹੈ ਦੋ ਤਲਵਾਰਾਂ। ਮੀਰੀ ਹੈ ਜਿਹੜੀ ਕਿ ਦੁਨਿਆਵੀ ਸੰਸਾਰਿਕ ਅਗਵਾਈ ਦੀ ਪ੍ਰਤੀਕ ਸੀ ਤੇ ਪੀਰੀ ਜਿਹੜੀ ਕਿ ਧਾਰਮਿਕ ਅਧਿਆਤਮਕ ਅਗਵਾਈ ਦੀ ਪ੍ਰਤੀਕ ਸੀ। ਨੈਕਸਟ ਕੁਐਸਚਨ ਆ, ਸਰਹੰਦ ਦੀ ਜਿੱਤ ਦਾ ਸੰਖੇਪ ਵਿੱਚ ਵਰਣਨ ਕਰੋ। ਹਾਂਜੀ, ਇਹਦਾ ਆਨਸਰ ਹੈ ਹਾਂਜੀ ਸਰਹੰਦ ਦੀ ਜਿੱਤ। ਤੇ ਸਰਹੰਦ ਦੀ ਜਿੱਤ ਜਿਹੜੀ ਕਿ ਇਹ ਵੀ ਇੰਪੋਰਟੈਂਟ ਕੁਐਸਚਨ ਹੈ। ਸਰਹੰਦ ਦੀ ਜਿੱਤ ਜਿਹੜੀ ਕਿ ਬੰਦਾ ਸਿੰਘ ਬਹਾਦਰ ਦੀ ਸਭ ਤੋਂ ਮਹੱਤਵਪੂਰਨ ਜਿੱਤ ਸੀ ਇਹ ਵਾਲੀ ਸਰਹੰਦ ਦੀ ਜਿੱਤ। ਤੇ ਇਹਦਾ ਆਨਸਰ ਹੈ ਸਿੱਖਾਂ ਦੇ ਵਿੱਚ ਸਰਹੰਦ ਦੇ ਫੌਜਦਾਰ ਵਜ਼ੀਰ ਖਾਂ ਦੇ ਵਿਰੁੱਧ ਜਿਹੜੇ ਕਿ ਭਾਰੀ ਗੁੱਸਾ ਸੀ, ਕਿਉਂਕਿ ਵਜ਼ੀਰ ਖਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਾ ਜੋਰਾ ਸਿੰਘ ਤੇ ਸਾਹਿਬਜ਼ਾਦਾ ਫਤਿਹ ਸਿੰਘ ਨੂੰ ਜਿੰਦਾ ਹੀ ਕੰਧਾਂ ਵਿੱਚ ਚਿਣਵਾ ਦਿੱਤਾ ਸੀ। ਤੇ ਜਿਸ ਕਰਕੇ ਬੰਦਾ ਸਿੰਘ ਬਹਾਦਰ ਨੇ 22 ਮਈ 1710 ਈਸਵੀ ਨੂੰ ਚੱਪੜਚਿੜੀ ਦੇ ਸਥਾਨ 'ਤੇ ਵਜ਼ੀਰ ਖਾਂ ਉੱਤੇ ਜਿਹੜੇ ਕਿ ਹਮਲਾ ਕੀਤਾ। ਤੇ ਇਹ ਜਿਹੜੀ ਕਿ ਲੜਾਈ ਬਹੁਤ ਹੀ ਭਿਆਨਕ ਲੜਾਈ ਸੀ ਤੇ ਇਸ ਲੜਾਈ ਦੇ ਵਿੱਚ ਜਿਹੜੀ ਕਿ ਵਜ਼ੀਰ ਖਾਂ ਮਾਰਿਆ ਗਿਆ। ਤੇ ਇਹ ਵਜ਼ੀਰ ਖਾਂ ਦੇ ਜਿਹੜੇ ਕਿ ਮਰਨ ਦੇ ਨਾਲ ਹੀ ਉਹਨਾਂ ਦੀ ਮੁਗਲ ਫੌਜ ਦੇ ਵਿੱਚ ਜਿਹੜੀ ਕਿ ਭਾਜੜ ਪੈ ਗਈ ਤੇ ਸਿੱਖ ਇਸ ਲੜਾਈ ਦੇ ਵਿੱਚ ਜਿਹੜੇ ਕਿ ਜੇਤੂ ਰਹੇ। ਸਿੱਖਾਂ ਨੇ ਸ਼ਾਨਦਾਰ ਜਿਹੜੇ ਕਿ ਇਸ ਲੜਾਈ ਦੇ ਵਿੱਚ ਜਿੱਤ ਹਾਸਿਲ ਕੀਤੀ ਤੇ ਇਸ ਜਿੱਤ ਦੇ ਕਾਰਨ ਸਿੱਖਾਂ ਦੇ ਜਿਹੜੇ ਕਿ ਬਹੁਤ ਹੌਸਲੇ ਵੱਧ ਗਏ। ਨੈਕਸਟ ਕੁਐਸਚਨ ਹੈ ਸਟੂਡੈਂਟਸ, ਦਲ ਖਾਲਸਾ ਦੀ ਉਤਪਤੀ ਦੇ 3 ਮੁੱਖ ਕਾਰਨ ਕੀ ਸਨ? 5th ਕੁਐਸਚਨ ਹੈ ਇਹ। ਤਾਂ ਇਸ ਦਾ ਆਨਸਰ ਹੈ ਹਾਂਜੀ ਦਲ ਖਾਲਸਾ ਦੀ ਉਤਪਤੀ ਦੇ ਕਾਰਨ ਆਨਸਰ ਹੈ 1716 ਈਸਵੀ ਦੇ ਵਿੱਚ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਹੈ ਜਿਹੜੇ ਕਿ ਸਿੱਖਾਂ ਦੇ ਵਿੱਚ ਅਗਵਾਈ ਦੀ ਘਾਟ ਪੈਦਾ ਹੋ ਗਈ ਤੇ ਸਿੱਟੇ ਵਜੋਂ ਸਿੱਖ ਸੰਗਠਿਤ ਰੂਪ ਦੇ ਵਿੱਚ ਜਿਹੜੇ ਕਿ ਕਾਇਮ ਨਾ ਰਹਿ ਸਕੇ, ਭਾਵ ਕਿ ਉਹਨਾਂ ਦੀ ਅਗਵਾਈ ਦੀ ਘਾਟ ਹੋਣ ਦੇ ਕਾਰਨ ਜਿਹੜੇ ਕਿ ਸਿੱਖ ਆਪਸ ਦੇ ਵਿੱਚ ਸੰਗਠਿਤ ਨਾ ਰਹਿ ਸਕੇ, ਉਹਨਾਂ ਦੇ ਵਿੱਚ ਸੰਗਠਿਤ ਹੋਣ ਦੀ ਜਿਹੜੀ ਕਿ ਕਮੀ ਪਾਈ ਗਈ ਤੇ ਮੁਗਲ ਸੈਨਾ ਜਿਹੜੇ ਕਿ ਲਗਾਤਾਰ ਉਹਨਾਂ ਦਾ ਪਿੱਛਾ ਕਰਦੀ ਰਹਿੰਦੀ ਸੀ ਤੇ ਜਿਸ ਕਰਕੇ ਸਿੱਖਾਂ ਨੇ ਆਪਣੇ ਛੋਟੇ ਜਿਹੜੇ ਕਿ ਜਥੇ ਬਣਾ ਲਏ ਤੇ ਇਹਨਾਂ ਜਥਿਆਂ ਦੀ ਜਿਹੜੀ ਕਿ ਗਿਣਤੀ ਆ ਹੌਲੀ ਹੌਲੀ ਪਹਿਲਾਂ 25 ਸੀ, 25 ਤੋਂ ਫਿਰ ਜਿਹੜੇ ਕਿ ਅੱਗੇ 65 ਤੱਕ ਪਹੁੰਚ ਗਈ ਸੀ ਤੇ ਜਿਸ ਕਰਕੇ ਇਹਨਾਂ ਨੂੰ ਇੱਕ ਸੰਗਠਿਤ ਕਰਨ ਦੀ ਜਿਹੜੀ ਕਿ ਜ਼ਰੂਰਤ ਸੀ ਤੇ ਇਹੀ ਜ਼ਰੂਰਤ ਆ ਜਿਹੜੀ ਕਿ ਦਲ ਖਾਲਸਾ ਦੀ ਉਤਪਤੀ ਦਾ ਕਾਰਨ ਬਣੀ। ਤੇ 1734 ਈਸਵੀ ਦੇ ਵਿੱਚ ਨਵਾਬ ਕਪੂਰ ਸਿੰਘ ਨੇ ਬੁੱਢਾ ਦਲ ਤੇ ਤਰੂਣਾ ਦਲ ਦੀ ਸਥਾਪਨਾ ਕੀਤੀ ਤੇ ਇਹ ਵੀ ਜਿਹੜੀ ਕਿ ਦਲ ਖਾਲਸਾ ਦੀ ਸਥਾਪਨਾ ਦੀ ਦਿਸ਼ਾ ਵੱਲ ਚੁੱਕਿਆ ਗਿਆ ਇੱਕ ਕਦਮ ਸੀ। ਤੇ ਇਸ ਤਰ੍ਹਾਂ ਨਵਾਬ ਕਪੂਰ ਸਿੰਘ ਨੇ 29 ਮਾਰਚ 1748 ਈਸਵੀ ਦੇ ਵਿੱਚ ਅੰਮ੍ਰਿਤਸਰ ਦੇ ਵਿਖੇ ਦਲ ਖਾਲਸਾ ਦੀ ਜਿਹੜੀ ਕਿ ਸਥਾਪਨਾ ਕੀਤੀ। ਇਹਨਾਂ ਤਰ੍ਹਾਂ ਜਿਹੜੇ ਕਿ ਦਲ ਖਾਲਸਾ ਹੋਣ ਦੇ ਵਿੱਚ ਆਇਆ। ਹਾਂਜੀ ਸਟੂਡੈਂਟਸ, ਅੱਗੇ ਨੈਕਸਟ ਕੁਐਸਚਨ ਹੈ, ਦੂਜੇ ਜਾਂ ਵੱਡੇ ਘੱਲੂਘਾਰੇ 'ਤੇ ਸੰਖੇਪ ਨੋਟ ਲਿਖੋ। ਇਸ ਦਾ ਆਨਸਰ ਹੈ ਹਾਂਜੀ ਆਨਸਰ ਹੈ ਦੂਜਾ ਵੱਡਾ ਘੱਲੂਘਾਰਾ, ਜਿਸ ਨੂੰ ਦੂਜਾ ਖੂਨੀ ਹੱਤਿਆਕਾਂਡ ਵੀ ਕਿਹਾ ਜਾਂਦਾ ਹੈ ਤੇ ਅਹਿਮਦ ਸ਼ਾਹ ਅਬਦਾਲੀ ਦਾ 6ਵਾਂ ਹਮਲਾ ਸੀ। ਅਹਿਮਦ ਸ਼ਾਹ ਅਬਦਾਲੀ ਜਿਹੜੇ ਕਿ ਸਿੱਖਾਂ ਦੇ ਵੱਧਦੇ ਹੋਏ ਕਦਮਾਂ ਨੂੰ ਰੋਕਣਾ ਚਾਹੁੰਦਾ ਸੀ। ਸਿੱਖਾਂ ਦੀ ਜਿਹੜੀ ਕਿ ਲਗਾਤਾਰ ਪਾਵਰ ਹੈ ਜਿਹੜੀ ਕਿ ਵੱਧਦੀ ਜਾ ਰਹੀ ਸੀ, ਉਸ ਨੂੰ ਰੋਕਣਾ ਚਾਹੁੰਦਾ ਸੀ ਅਹਿਮਦ ਸ਼ਾਹ ਅਬਦਾਲੀ, ਜਿਸ ਕਰਕੇ ਉਸਨੇ 5 ਫਰਵਰੀ 1762 ਈਸਵੀ ਨੂੰ ਸਿੱਖਾਂ ਨੂੰ ਜਿਹੜੇ ਕਿ ਮਲੇਰਕੋਟਲਾ ਦੇ ਨੇੜੇ ਕੂਪ ਨਾਮੀ ਸਥਾਨ 'ਤੇ ਘੇਰ ਲਿਆ, ਭਾਵ ਕਿ ਵੱਡਾ ਘੱਲੂਘਾਰਾ 5 ਫਰਵਰੀ 1762 ਈਸਵੀ ਨੂੰ ਮਲੇਰਕੋਟਲਾ ਦੇ ਨੇੜੇ ਕੂਪ ਨਾਮੀ ਸਥਾਨ 'ਤੇ ਹੋਇਆ ਤੇ ਇਸ ਘੇਰੇ ਦੌਰਾਨ 25 ਤੋਂ 30 ਹਜ਼ਾਰ ਆ ਜਿਹੜੇ ਕਿ ਸਿੱਖਾਂ ਦਾ ਕਤਲ ਕਰ ਦਿੱਤਾ ਗਿਆ ਤੇ ਸਿੱਖ ਇਤਿਹਾਸ ਦੇ ਵਿੱਚ ਇਹ ਘਟਨਾ ਜਿਹੜੀ ਕਿ ਇੱਕ ਵੱਡਾ ਘੱਲੂਘਾਰੇ ਦੇ ਨਾਂ ਨਾਲ ਜਾਣੀ ਜਾਂਦੀ ਹੈ, ਭਾਵ ਕਿ ਇਸ ਲੜਾਈ ਦੇ ਵਿੱਚ ਸਿੱਖਾਂ ਦਾ ਕਾਫੀ ਜ਼ਿਆਦਾ ਜਿਹੜੇ ਕਿ ਜਾਨੀ ਨੁਕਸਾਨ ਹੋਇਆ ਤੇ ਇਸ ਘੱਲੂਘਾਰੇ ਦੇ ਵਿੱਚ ਸਿੱਖਾਂ ਦੇ ਭਾਰੀ ਜਾਨੀ ਨੁਕਸਾਨ ਤੋਂ ਅਹਿਮਦ ਸ਼ਾਹ ਅਬਦਾਲੀ ਨੇ ਇਹ ਅੰਦਾਜ਼ਾ ਲਗਾਇਆ ਕਿ ਇਸ ਨਾਲ ਜਿਹੜੇ ਕਿ ਸਿੱਖਾਂ ਦੀ ਸ਼ਕਤੀ ਖਤਮ ਹੋ ਗਈ ਹੋਵੇਗੀ, ਪਰੰਤੂ ਉਹਦਾ ਇਹ ਜਿਹੜਾ ਕਿ ਅੰਦਾਜ਼ਾ ਜਿਹੜਾ ਉਹਨੇ ਖਿਆਲ ਲਾਇਆ ਸੀ ਉਹ ਗਲਤ ਸਾਬਿਤ ਹੋਇਆ, ਕਿਉਂਕਿ ਅੰਤ ਦੇ ਵਿੱਚ ਜਿਹੜੇ ਕਿ ਅਹਿਮਦ ਸ਼ਾਹ ਅਬਦਾਲੀ ਸਿੱਖਾਂ ਦੀ ਪਾਵਰ ਨੂੰ ਘਟਾਉਣ ਦੇ ਵਿੱਚ ਅਸਫਲ ਰਿਹਾ ਤੇ ਸਿੱਖ ਜਿਹੜੇ ਕਿ ਜੇਤੂ ਰਹੇ। ਨੈਕਸਟ ਕੁਐਸਚਨ ਹੈ 7th, ਮੁਦਕੀ ਦੀ ਲੜਾਈ 'ਤੇ ਸੰਖੇਪ ਨੋਟ ਲਿਖੋ। ਤਾਂ ਇਸ ਦਾ ਆਨਸਰ ਹੈ ਮੁਦਕੀ ਦੀ ਲੜਾਈ। ਤੇ ਮੁਦਕੀ ਦੀ ਲੜਾਈ ਜਿਹੜੀ ਕਿ ਪਹਿਲਾ ਐਂਗਲੋ ਸਿੱਖ ਯੁੱਧ ਜਿਹੜਾ 1845 ਤੇ 1846 ਈਸਵੀ ਦੇ ਵਿੱਚ ਸਿੱਖਾਂ ਤੇ ਅੰਗਰੇਜ਼ਾਂ ਦੇ ਵਿਚਕਾਰ ਲੜਿਆ ਗਿਆ ਸੀ। ਪਹਿਲੇ ਐਂਗਲੋ ਸਿੱਖ ਯੁੱਧ ਦੀ ਪਹਿਲੀ ਲੜਾਈ ਆ ਮੁਦਕੀ ਦੀ ਲੜਾਈ
ਤੇ ਕਈ ਵਾਰ ਕੁਐਸਚਨ ਐਵੇਂ ਵੀ ਆ ਜਾਂਦਾ ਹੈ ਕਿ ਪਹਿਲੇ ਐਂਗਲੋ ਸਿੱਖ ਯੁੱਧ ਦੀ ਪਹਿਲੀ ਲੜਾਈ ਕਿਹੜੀ ਸੀ, ਜਾਂ ਪਹਿਲਾ ਐਂਗਲੋ ਸਿੱਖ ਯੁੱਧ ਜਿਹੜੀ ਕਿ ਕਿਸ ਲੜਾਈ ਦੇ ਨਾਲ ਸ਼ੁਰੂ ਹੋਇਆ। ਤਾਂ ਆਨਸਰ ਹੈ ਮੁਦਕੀ ਦੀ ਲੜਾਈ। ਤੇ ਮੁਦਕੀ ਦੀ ਲੜਾਈ 18 ਦਸੰਬਰ 1845 ਈਸਵੀ ਦੇ ਵਿੱਚ ਹੋਈ ਸੀ। ਤੇ ਲਾਲ ਸਿੰਘ ਦੀ ਕਮਾਨ ਦੇ ਹੇਠ ਸਿੱਖ ਸੈਨਾ ਨੇ ਸਤਲੁਜ ਨਦੀ ਨੂੰ ਪਾਰ ਕੀਤਾ, ਭਾਵ ਕਿ ਸਿੱਖਾਂ ਦੀ ਅਗਵਾਈ ਜਿਹੜੇ ਕਿ ਲਾਲ ਸਿੰਘ ਕਰ ਰਿਹਾ ਸੀ ਇਸ ਸੈਨਾ ਦੇ ਵਿੱਚ। ਅਤੇ ਸਰ ਹਿਊ ਗਫ ਅਧੀਨ ਅੰਗਰੇਜ਼ੀ ਸੈਨਾ 18 ਦਸੰਬਰ 1845 ਈਸਵੀ ਨੂੰ ਮੁਦਕੀ ਵਿਖੇ ਲੜਾਈ ਲੜੀ, ਭਾਵ ਕਿ ਇਸ ਲੜਾਈ ਦੇ ਵਿੱਚ ਸਿੱਖਾਂ ਦੀ ਅਗਵਾਈ ਜਿਹੜੀ ਕਿ ਲਾਲ ਸਿੰਘ ਕਰ ਰਿਹਾ ਸੀ ਤੇ ਅੰਗਰੇਜ਼ਾਂ ਦੀ ਅਗਵਾਈ ਕਰ ਰਿਹਾ ਸੀ ਸਰ ਹਿਊ ਗਫ। ਤੇ ਇਹਨਾਂ ਦੋਨਾਂ ਧਿਰਾਂ ਦੀਆਂ ਸੈਨਾਵਾਂ ਜਿਹੜੇ ਕਿ 18 ਦਸੰਬਰ 1845 ਈਸਵੀ ਨੂੰ ਮੁਦਕੀ ਵਿਖੇ ਇਕੱਠੀਆਂ ਹੋਈਆਂ ਤੇ ਉੱਥੇ ਇਹਨਾਂ ਦੀ ਲੜਾਈ ਹੋਈ। ਤੇ ਲਾਲ ਸਿੰਘ ਦੀ ਗਦਾਰੀ ਕਾਰਨ ਜਿਹੜੇ ਕਿ ਇਸ ਲੜਾਈ ਦੇ ਵਿੱਚ ਸਿੱਖਾਂ ਦੀ ਹਾਰ ਹੋਈ, ਪਰੰਤੂ ਉਹਨਾਂ ਨੇ ਦੁਸ਼ਮਣਾਂ ਨੂੰ ਜਿਹੜੇ ਕਿ ਕਾਫੀ ਭਾਰੀ ਨੁਕਸਾਨ ਪਹੁੰਚਾਇਆ ਤੇ ਇਸ ਲੜਾਈ ਦੇ ਵਿੱਚ ਅੰਗਰੇਜ਼ਾਂ ਦੀ ਜਿੱਤ ਹੋਈ ਤੇ ਸਿੱਖ ਆ ਜਿਹੜੇ ਕਿ ਲਾਲ ਸਿੰਘ ਦੀ ਗਦਾਰੀ ਦੇ ਕਾਰਨ ਹਾਰ ਗਏ। ਨੈਕਸਟ ਕੁਐਸਚਨ ਨੰਬਰ 8, ਮਹਾਰਾਜਾ ਰਣਜੀਤ ਸਿੰਘ ਦਾ ਆਪਣੀ ਪਰਜਾ ਪ੍ਰਤੀ ਕਿਹੋ ਜਿਹਾ ਵਤੀਰਾ ਸੀ। ਤਾਂ ਇਸ ਦਾ ਆਨਸਰ ਹੈ ਕਰਮਚਾਰੀਆਂ ਨੂੰ ਆਦੇਸ਼ ਦਿੱਤਾ ਹੋਇਆ ਸੀ ਕਿ ਉਹ ਪਰਜਾ ਦੀ ਭਲਾਈ ਵੱਲ ਜਿਹੜੇ ਕਿ ਹਮੇਸ਼ਾ ਵਿਸ਼ੇਸ਼ ਯਤਨ ਕਰਨ ਤੇ ਪਰਜਾ ਦੀ ਹਾਲਤ ਨੂੰ ਜਾਣਨ ਦੇ ਲਈ ਮਹਾਰਾਜਾ ਰਣਜੀਤ ਸਿੰਘ ਖੁਦ ਜਿਹੜੇ ਕਿ ਭੇਸ ਬਦਲ ਕੇ ਜਿਹੜੇ ਕਿ ਰਾਜਾਂ ਦਾ ਦੌਰਾ ਕਰਦਾ ਸੀ ਤੇ ਮਹਾਰਾਜੇ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਅਧਿਕਾਰੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਂਦੀਆਂ ਸੀ ਤੇ ਕਿਸਾਨਾਂ ਅਤੇ ਗਰੀਬਾਂ ਨੂੰ ਰਾਜ ਵੱਲੋਂ ਵਿਸ਼ੇਸ਼ ਸਹੂਲਤਾਂ ਦਿੱਤੀਆਂ ਗਈਆਂ ਸਨ। ਤੇ ਮਹਾਰਾਜਾ ਰਣਜੀਤ ਸਿੰਘ ਨੇ ਨਾ ਕੇਵਲ ਸਿੱਖਾਂ ਦੀ ਹੀ ਬਲਕਿ ਹਿੰਦੂਆਂ ਅਤੇ ਮੁਸਲਮਾਨਾਂ ਦੀ ਵੀ ਸਰਪ੍ਰਸਤੀ ਕੀਤੀ, ਜਿਸ ਕਰਕੇ ਸਿੱਟੇ ਵਜੋਂ ਜਿਹੜੇ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪਰਜਾ ਬਹੁਤ ਹੀ ਜਿਹੜੀ ਕਿ ਖੁਸ਼ਹਾਲ ਸੀ। ਹਾਂਜੀ ਸਟੂਡੈਂਟਸ, ਅੱਗੇ ਨੈਕਸਟ ਨੇ ਭਾਗ ਹਾਹਾ, ਜਿਹਦੇ ਵਿੱਚ ਵੱਡੇ ਉੱਤਰਾਂ ਵਾਲੇ ਪ੍ਰਸ਼ਨ ਨੇ। ਇਹ 5 ਮਾਰਕਸ ਵਾਲਾ ਕੁਐਸਚਨ ਨੇ, ਈਚ ਕੁਐਸਚਨ ਹੈ ਜਿਹੜੇ ਕਿ 5 ਮਾਰਕਸ ਦਾ, ਤੇ ਇਹ 4 ਕੁਐਸਚਨਸ ਪੇਪਰ ਦੇ ਵਿੱਚ ਆਉਣਗੇ ਤੇ ਤੁਸੀਂ ਕੋਈ 2 ਕੁਐਸਚਨ ਆ ਜਿਹੜੇ ਕਿ ਅਟੈਂਪਟ ਕਰਨੇ ਨੇ, ਭਾਵ ਕਿ ਕਿਸੇ 2 ਪ੍ਰਸ਼ਨਾਂ ਦੇ ਤੁਸੀਂ ਉੱਤਰ ਕਰਨੇ ਨੇ। ਹਾਂਜੀ, ਫਸਟ ਕੁਐਸਚਨ ਹੈ, ਪੰਜਾਬ ਦੇ ਇਤਿਹਾਸਿਕ ਸਰੋਤਾਂ ਦੀ ਉਸਾਰੀ ਕਰਦੇ ਸਮੇਂ ਦਰਪੇਸ਼ ਮੁਸ਼ਕਲਾਂ ਬਾਰੇ ਦੱਸੋ। ਵੀ ਪੰਜਾਬ ਦੇ ਇਤਿਹਾਸਿਕ ਸਰੋਤਾਂ ਦੀ ਜਦੋਂ ਉਸਾਰੀ ਕਰੀ ਗਈ ਤਾਂ ਉਸ ਸਮੇਂ ਕਿਹੜੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਉਹਨਾਂ ਦੇ ਬਾਰੇ ਦੱਸਣਾ। ਤੇ ਇਸ ਦਾ ਆਨਸਰ ਹੈ ਹਾਂਜੀ, ਫਸਟ ਆਨਸਰ ਹੈ ਜਨਮ ਸਾਖੀਆਂ ਦੇ ਦੋਸ਼, ਹੈਡਿੰਗ ਆ ਫਸਟ ਇਹ ਆਨਸਰ ਦਾ। ਪੰਜਾਬ ਦਾ ਇਹਦੇ ਵਿੱਚ ਹੈ ਕਿ ਪੰਜਾਬ ਦਾ ਜਿਹੜੇ ਕਿ ਮਹਾਨ ਸਿੱਖ ਗੁਰੂ ਸਾਹਿਬਾਨ ਹੋਏ ਨੇ ਉਹਨਾਂ ਦਾ ਆਪਾਂ ਨੂੰ ਵਰਣਨ ਹੈ ਜਿਹੜੇ ਕਿ ਜਨਮ ਸਾਖੀਆਂ ਤੋਂ ਪ੍ਰਾਪਤ ਹੁੰਦਾ, ਪਰੰਤੂ ਜਿਹੜੇ ਕਿ ਜਨਮ ਸਾਖੀਆਂ ਦੇ ਵਿੱਚ ਕਾਫੀ ਜ਼ਿਆਦਾ ਦੋਸ਼ ਪਾਏ ਜਾਂਦੇ ਨੇ, ਕਿਉਂਕਿ ਇਹਨਾਂ ਦੇ ਵਿੱਚ ਜਿਹੜੇ ਕਿ ਤੱਥਾਂ ਦੇ ਨਾਲ ਕਲਪਨਾ ਦੀ ਵੀ ਜਿਹੜੇ ਕਿ ਮਿਲਾਵਟ ਕੀਤੀ ਮਿਲਦੀ ਹੈ ਤੇ ਇਹਨਾਂ ਦੇ ਵਿੱਚ ਜਿਹੜੀਆਂ ਘਟਨਾਵਾਂ ਨੇ ਉਹਨਾਂ ਦਾ ਵਰਣਨ ਵੀ ਜਿਹੜੇ ਕਿ ਲੜੀਵਾਰ ਨਹੀਂ ਮਿਲਦਾ, ਭਾਵ ਕਿ ਇਹ ਵੀ ਇੱਕ ਜਿਹੜੇ ਕਿ ਇਤਿਹਾਸ ਦੇ ਨਿਰਮਾਣ ਦੇ ਵਿੱਚ ਜਿਹੜੇ ਕਿ ਔਕੜ ਆਉਂਦੀ ਆ, ਮੁਸ਼ਕਲ ਆਉਂਦੀ ਆ। ਸੈਕਿੰਡ ਆ ਮੁਸਲਿਮ ਇਤਿਹਾਸਕਾਰਾਂ ਦੇ ਪੱਖਪਾਤਪੂਰਨ ਵਿਚਾਰ, ਤੇ ਪੰਜਾਬ ਦੇ ਜਿਹੜੇ ਕਿ ਇਤਿਹਾਸ ਨੂੰ ਲਿਖਣ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਕਿ ਸੋਮੇ ਮਿਲੇ ਨੇ ਉਹ ਜਿਹੜੇ ਕਿ ਫਾਰਸੀ ਦੇ ਵਿੱਚ ਲਿਖੇ ਗਏ ਗ੍ਰੰਥ ਨੇ, ਤੇ ਇਹਨਾਂ ਗ੍ਰੰਥਾਂ ਨੂੰ ਜਿਹੜੇ ਕਿ ਮੁਸਲਮਾਨ ਲੇਖਕਾਂ ਨੇ ਲਿਖਿਆ ਜਿਹੜੇ ਕਿ ਸਿੱਖਾਂ ਦੇ ਕੱਟੜ ਦੁਸ਼ਮਣ ਸਨ, ਤੇ ਜਿਸ ਕਰਕੇ ਇਹਨਾਂ ਗ੍ਰੰਥਾਂ ਤੋਂ ਵੀ ਜਿਹੜੇ ਕਿ ਪੂਰੇ ਤਰੀਕੇ ਨਾਲ ਭਰੋਸੇਯੋਗ ਆ ਜਿਹੜੇ ਕਿ ਸਮੱਗਰੀ ਨਹੀਂ ਮੰਨੀ ਜਾ ਸਕਦੀ, ਇਹ ਵੀ ਇੱਕ ਮੁਸ਼ਕਲ ਹੈ। ਥਰਡ ਹੈ ਹਿੰਦੂ ਪੁਜਾਰੀ ਸ਼੍ਰੇਣੀ ਦੇ ਪੱਖਪਾਤਪੂਰਨ ਵਿਚਾਰ, ਤੇ ਜਿਵੇਂ ਇਸ ਪੁਆਇੰਟ ਦੇ ਵਿੱਚ ਦੱਸਿਆ ਹੋਇਆ ਕਿ ਜਿਵੇਂ ਆਪਾਂ ਜਾਣਦੇ ਹਾਂ ਕਿ ਸਿੱਖ ਲਹਿਰ ਹੈ ਜਿਹੜੀ ਕਿ ਸਮਾਜ ਦੇ ਵਿੱਚ ਪ੍ਰਚਲਿਤ ਜਿਹੜੇ ਕੁਰੀਤੀਆਂ ਪ੍ਰਥਾਵਾਂ ਸੀ ਉਹਨਾਂ ਦੇ ਵਿਰੁੱਧ ਦੇ ਵਿੱਚ ਜਿਹੜੀ ਕਿ ਆਵਾਜ਼ ਉਠਾਈ, ਤੇ ਇਸ ਨੇ ਜਾਤੀ ਪ੍ਰਥਾ, ਮੂਰਤੀ ਪੂਜਾ, ਸਮਾਜ ਦੇ ਵਿੱਚ ਪ੍ਰਚਲਿਤ ਫਾਲਤੂ ਰੀਤੀ ਰਿਵਾਜ, ਅਡੰਬਰਾਂ ਦੇ ਵਿਰੁੱਧ ਪ੍ਰਚਾਰ ਕੀਤਾ, ਤੇ ਜਿਸ ਕਰਕੇ ਜਿਹੜੇ ਕਿ ਹਿੰਦੂ ਪੁਜਾਰੀ ਸ਼੍ਰੇਣੀ ਸੀ ਉਹ ਸਿੱਖਾਂ ਦੇ ਵਿਰੁੱਧ ਹੋ ਗਏ, ਤੇ ਉਹਨਾਂ ਨੇ ਵਿਰੋਧ ਦੇ ਵਿੱਚ ਸਿੱਖਾਂ ਦੇ ਸੰਬੰਧ ਦੇ ਵਿੱਚ ਜਾਂ ਤਾਂ ਬਹੁਤ ਘੱਟ ਲਿਖਿਆ ਜਾਂ ਫਿਰ ਜਿਹੜਾ ਕੁਛ ਲਿਖਿਆ ਉਹਨਾਂ ਤੱਥਾਂ ਨੂੰ ਜਿਹੜੇ ਕਿ ਤੋੜ ਮਰੋੜ ਕੇ ਇਤਿਹਾਸ ਦੇ ਵਿੱਚ ਪੇਸ਼ ਕੀਤਾ। ਇਹ ਵੀ ਜਿਹੜੇ ਕਿ ਹਿੰਦੂ ਪੁਜਾਰੀ ਸ਼੍ਰੇਣੀ ਦੇ ਪੱਖਪਾਤਪੂਰਨ ਵਿਚਾਰ ਵੀ ਜਿਹੜੇ ਕਿ ਇਤਿਹਾਸ ਦੇ ਨਿਰਮਾਣ ਦੇ ਵਿੱਚ ਔਕੜ ਸਾਬਿਤ ਹੁੰਦੇ ਨੇ। ਫੋਰਥ ਪੁਆਇੰਟ ਆ ਸਿੱਖਾਂ ਨੂੰ ਆਪਣਾ ਇਤਿਹਾਸ ਲਿਖਣ ਦਾ ਸਮਾਂ ਨਾ ਮਿਲਿਆ,
ਤੇ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਪੰਜਾਬ ਦੇ ਵਿੱਚ ਜਿਹੜੇ ਕਿ ਇੱਕ ਅਜਿਹਾ ਦੌਰ ਆਇਆ ਜੋ ਪੂਰੀ ਤਰ੍ਹਾਂ ਜਿਹੜੀ ਕਿ ਅਸ਼ਾਂਤੀ ਅਰਾਜਕਤਾ ਨਾਲ ਭਰਿਆ ਹੋਇਆ ਸੀ। ਇਸ ਸਮੇਂ ਦੇ ਵਿੱਚ ਸਿੱਖਾਂ ਅਤੇ ਮੁਗਲਾਂ ਦੇ ਵਿਚਾਲੇ ਜਿਹੜੀ ਦੁਸ਼ਮਣੀ ਚੱਲੀ ਆ ਰਹੀ ਸੀ ਉਹ ਕਾਫੀ ਜ਼ਿਆਦਾ ਵੱਧ ਗਈ ਸੀ। ਨਾਦਰ ਸ਼ਾਹ, ਅਹਿਮਦ ਸ਼ਾਹ ਅਬਦਾਲੀ, ਇਹਨਾਂ ਦੇ ਹਮਲੇ ਦੇ ਨਾਲ ਜਿਹੜੀ ਕਿ ਪੰਜਾਬ ਦੀ ਹਾਲਤ ਆ ਖਰਾਬ ਹੁੰਦੀ ਗਈ ਅਤੇ ਅਜਿਹਾ ਵਾਤਾਵਰਨ ਪੈਦਾ ਹੋ ਗਿਆ ਕਿ ਜਿਸ ਦੇ ਵਿੱਚ ਜਿਹੜੇ ਕਿ ਇਤਿਹਾਸ ਲਿਖਣ ਦਾ ਉਹਨਾਂ ਨੂੰ ਸਮਾਂ ਹੀ ਨਾ ਮਿਲਿਆ। ਭਾਵ ਕਿ ਪੰਜਾਬ ਦੇ ਵਿੱਚ ਜਿਹੜੇ ਕਿ ਲੜਾਈਆਂ ਦਾ ਦੌਰ ਸ਼ੁਰੂ ਹੋ ਗਿਆ ਅਤੇ ਲੜਾਈਆਂ ਦੇ ਦੌਰ ਦੇ ਵਿੱਚ ਜਿਹੜੇ ਕਿ ਇਤਿਹਾਸ ਲਿਖਣ ਦਾ ਸਮਾਂ ਨਾ ਮਿਲ ਪਾਇਆ, ਕਿਉਂਕਿ ਇਤਿਹਾਸ ਲਿਖਣ ਦੇ ਲਈ ਜਿਹੜੇ ਕਿ ਅਸ਼ਾਂਤੀ ਵਾਲਾ ਮਾਹੌਲ ਨਹੀਂ ਬਲਕਿ ਸ਼ਾਂਤੀ ਵਾਲਾ ਮਾਹੌਲ ਹੋਣਾ ਚਾਹੀਦਾ। ਉਸ ਤੋਂ ਅੱਗੇ 5th ਪੁਆਇੰਟ ਆ, ਪੰਜਾਬ ਮੁਗਲ ਸਾਮਰਾਜ ਦਾ ਇੱਕ ਹਿੱਸਾ। ਪੰਜਾਬ 1752 ਈਸਵੀ ਤੱਕ ਆ ਜਿਹੜੀ ਕਿ ਮੁਗਲ ਸਾਮਰਾਜ ਦਾ ਹਿੱਸਾ ਰਿਹਾ ਅਤੇ ਜਿਸ ਕਰਕੇ ਇਸ ਦਾ ਕੋਈ ਵੀ ਅਲੱਗ ਇਤਿਹਾਸ ਨਾ ਲਿਖਿਆ ਗਿਆ ਅਤੇ ਆਧੁਨਿਕ ਇਤਿਹਾਸਕਾਰਾਂ ਨੂੰ ਜਿਹੜੇ ਕਿ ਮੁਗਲ ਕਾਲ ਦੇ ਵਿੱਚ ਲਿਖੇ ਗਏ ਸਾਹਿਤ ਤੋਂ ਜਿਹੜੀ ਕਿ ਪੰਜਾਬ ਦੀ ਬਹੁਤ ਘੱਟ ਜਾਣਕਾਰੀ ਪ੍ਰਾਪਤ ਹੁੰਦੀ ਹੈ ਅਤੇ ਇਹ ਵੀ ਜਿਹੜੇ ਕਿ ਇਹ ਸਾਰੀਆਂ ਔਕੜਾਂ ਜਿਹੜੇ ਕਿ ਇਤਿਹਾਸ ਦੇ ਨਿਰਮਾਣ ਦੇ ਵਿੱਚ ਆਉਂਦੀਆਂ ਨੇ। ਜਿਵੇਂ ਕਿ ਦੁਬਾਰਾ ਰਿਪੀਟ ਕਰ ਰਹੀ ਹਾਂ ਮੈਂ, 1st ਪੁਆਇੰਟ ਆਉਂਦਾ ਜਨਮ ਸਾਖੀਆਂ ਦੇ ਦੋਸ਼, 2nd ਆਉਂਦਾ ਮੁਸਲਿਮ ਇਤਿਹਾਸਕਾਰਾਂ ਦੇ ਪੱਖਪਾਤਪੂਰਨ ਵਿਚਾਰ, 3rd ਹਿੰਦੂ ਪੁਜਾਰੀ ਸ਼੍ਰੇਣੀ ਦੇ ਪੱਖਪਾਤਪੂਰਨ ਵਿਚਾਰ, 4th ਹੈ ਸਿੱਖਾਂ ਨੂੰ ਇਤਿਹਾਸ ਲਿਖਣ ਦਾ ਸਮਾਂ ਨਾ ਮਿਲਿਆ, 5th ਹੈ ਪੰਜਾਬ ਮੁਗਲ ਸਾਮਰਾਜ ਦਾ ਇੱਕ ਹਿੱਸਾ। ਨੈਕਸਟ ਕੁਐਸਚਨ ਹੈ, ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ ਕਾਰਨਾਂ ਬਾਰੇ ਤੁਸੀਂ ਕੀ ਜਾਣਦੇ ਹੋ? ਹਾਂਜੀ, ਗੁਰੂ ਤੇਗ ਬਹਾਦਰ ਦੀ ਸ਼ਹੀਦੀ ਦੇ ਕਾਰਨ। ਗੁਰੂ ਤੇਗ ਬਹਾਦਰ ਜੀ ਸਿੱਖ ਧਰਮ ਦੇ ਵਿੱਚ 9ਵੇਂ ਗੁਰੂ ਸਾਹਿਬਾਨ ਹੋਏ ਨੇ ਅਤੇ ਇਹਨਾਂ ਨੂੰ ਹਿੰਦ ਦੀ ਚਾਦਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਅਤੇ ਇਹਨਾਂ ਦੀ ਸ਼ਹੀਦੀ ਦੇ ਕਾਰਨ 1st ਪੁਆਇੰਟ ਆ, ਮੁਗਲ ਅਤੇ ਸਿੱਖਾਂ ਵਿਚਾਲੇ ਦੁਸ਼ਮਣੀ। 1605 ਈਸਵੀ ਤੱਕ ਆ ਜਿਹੜੇ ਕਿ ਸਿੱਖਾਂ ਅਤੇ ਮੁਗਲਾਂ ਵਿਚਾਲੇ ਮਿੱਤਰਤਾਪੂਰਨ ਸੰਬੰਧ ਸੀ, ਪਰੰਤੂ 1606 ਈਸਵੀ ਦੇ ਵਿੱਚ ਜਹਾਂਗੀਰ ਨੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਵਾ ਦਿੱਤਾ। ਇਸ ਤਰ੍ਹਾਂ ਜਿਹੜੀ ਕਿ ਦੁਸ਼ਮਣੀ ਅੱਗੇ ਅੱਗੇ ਵੱਧਦੀ ਗਈ ਅਤੇ ਔਰੰਗਜ਼ੇਬ ਦੇ ਸਮੇਂ ਦੇ ਵਿੱਚ ਸਿੱਖਾਂ ਅਤੇ ਮੁਗਲਾਂ ਵਿਚਾਲੇ ਜਿਹੜੇ ਕਿ ਦੁਸ਼ਮਣੀ ਦੇ ਵਿੱਚ ਹੋਰ ਵਾਧਾ ਹੋਇਆ। ਇਹੀ ਦੁਸ਼ਮਣੀ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਦਾ ਕਾਰਨ ਬਣੀ। 2nd ਹੈ ਔਰੰਗਜ਼ੇਬ ਦੀ ਕੱਟੜਤਾ। ਔਰੰਗਜ਼ੇਬ ਆ ਜਿਹੜੇ ਕਿ ਧਾਰਮਿਕ ਕੱਟੜਤਾ ਵਾਲਾ ਸੀ ਅਤੇ ਇਹ ਵੀ ਜਿਹੜੀ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਾ ਕਾਰਨ ਬਣੀ। ਔਰੰਗਜ਼ੇਬ ਦੀ ਕੱਟੜਤਾ। ਔਰੰਗਜ਼ੇਬ 1658 ਈਸਵੀ ਵਿੱਚ ਪੰਜਾਬ ਮੁਗਲਾਂ ਦਾ ਜਿਹੜੇ ਕਿ ਨਵਾਂ ਬਾਦਸ਼ਾਹ ਬਣਿਆ ਅਤੇ ਉਹ ਭਾਰਤ ਦੇ ਵਿੱਚ ਹਰ ਪਾਸੇ ਜਿਹੜੇ ਕਿ ਇਸਲਾਮ ਧਰਮ ਦਾ ਬੋਲਬਾਲਾ ਵੇਖਣਾ ਚਾਹੁੰਦਾ ਸੀ ਅਤੇ ਜਿਸ ਕਰਕੇ ਉਹਨੇ ਹਿੰਦੂਆਂ ਦੇ ਪ੍ਰਸਿੱਧ ਮੰਦਰਾਂ ਨੂੰ ਤਬਾਹ ਕੀਤਾ ਅਤੇ ਉਹਨਾਂ ਦੀ ਥਾਂ 'ਤੇ ਮਸਜਿਦਾਂ ਬਣਵਾਈਆਂ। ਭਾਵ ਕਿ ਔਰੰਗਜ਼ੇਬ ਦੀ ਧਾਰਮਿਕ ਕੱਟੜਤਾ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਦਾ ਕਾਰਨ ਬਣੀ, ਕਿਉਂਕਿ ਉਹ ਇਸਲਾਮ ਧਰਮ ਤੋਂ ਇਲਾਵਾ ਹੋਰ ਕਿਸੇ ਵੀ ਧਰਮ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਸੀ। 3rd ਪੁਆਇੰਟ ਹੈ ਨਕਸ਼ਬੰਦੀਆਂ ਦਾ ਔਰੰਗਜ਼ੇਬ 'ਤੇ ਪ੍ਰਭਾਵ। ਕੱਟੜ ਸੁੰਨੀ ਮੁਸਲਮਾਨਾਂ ਦੇ ਜਿਹੜੇ ਕਿ ਨਕਸ਼ਬੰਦੀ ਸੰਪਰਦਾਇ ਵੀ ਔਰੰਗਜ਼ੇਬ 'ਤੇ ਬਹੁਤ ਪ੍ਰਭਾਵ ਪਾਇਆ। ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਾ ਇਹ ਵੀ ਇੱਕ ਕਾਰਨ ਬਣਿਆ। ਇਸ ਸੰਪਰਦਾਇ ਦੇ ਜਿਹੜੇ ਕਿ ਸੰਪਰਦਾਇ ਲਈ ਨਕਸ਼ਬੰਦੀਆਂ ਦੇ ਲਈ ਭਾਵ ਕਿ ਗੁਰੂ ਸਾਹਿਬ ਦੀ ਜਿਹੜੀ ਕਿ ਪ੍ਰਸਿੱਧੀ ਸਿੱਖ ਧਰਮ ਦੀ ਜਿਹੜੀ ਵੱਧ ਰਹੀ ਸੀ ਉਹਨੂੰ ਸਹਿਣ ਕਰਨਾ ਉਹਨਾਂ ਲਈ ਅਸਹਿ ਹੋ ਰਿਹਾ ਸੀ, ਭਾਵ ਕਿ ਮੁਸ਼ਕਿਲ ਹੋ ਰਿਹਾ ਸੀ। ਉਹ ਸਿੱਖ ਧਰਮ ਦੀ ਵੱਧ ਰਹੀ ਲੋਕਪ੍ਰਿਯਤਾ ਨੂੰ ਸਹਿਣ ਨਹੀਂ ਕਰ ਪਾ ਰਹੇ ਸੀ ਅਤੇ ਉਹਨਾਂ ਨੂੰ ਖਤਰਾ ਹੋ ਰਿਹਾ ਸੀ ਕਿ ਕਿਧਰੇ ਸਿੱਖ ਧਰਮ ਦਾ ਵਿਕਾਸ ਆ ਜਿਹੜੇ ਕਿ ਇਸਲਾਮ ਦੇ ਲਈ ਕੋਈ ਇੱਕ ਵੰਗਾਰ ਨਾ ਬਣ ਜਾਵੇ। ਭਾਵ ਕਿ ਚਾਰੇ ਪਾਸੇ ਜਿਹੜੇ ਕਿ ਇਸਲਾਮ ਧਰਮ ਦਾ ਬੋਲਬਾਲਾ ਜਿਹੜਾ ਉਹ ਚਾਹੁੰਦੇ ਸੀ ਕਿ ਹੋਵੇ, ਉਹ ਉਹਨਾਂ ਨੂੰ ਐਂ ਲੱਗਦਾ ਸੀ ਵੀ ਕਿਤੇ ਨਾ ਹੋ ਪਾਵੇ ਅਤੇ ਜਿਸ ਕਰਕੇ ਨਕਸ਼ਬੰਦੀਆਂ ਨੇ ਔਰੰਗਜ਼ੇਬ ਨੂੰ ਗੁਰੂ ਸਾਹਿਬ ਦੇ ਵਿਰੁੱਧ ਆ ਜਿਹੜੇ ਕਿ ਸਿੱਖਾਂ ਦੇ ਵਿਰੁੱਧ ਭੜਕਾਉਣਾ ਸ਼ੁਰੂ ਕਰ ਦਿੱਤਾ। 4th ਹੈ ਸਿੱਖ ਧਰਮ ਦਾ ਪ੍ਰਸਾਰ। ਗੁਰੂ ਸਾਹਿਬ ਜੀ ਜਿਹੜੀ ਕਿ ਸ਼ਹੀਦੀ ਦਾ ਕਾਰਨ ਉਹਨਾਂ ਉਸ ਟਾਈਮ ਦੇ ਜਿਹੜੇ ਵਿੱਚ ਸਿੱਖ ਧਰਮ ਦਾ ਜਿਹੜਾ ਕਿ ਵੱਧ ਤੋਂ ਵੱਧ ਪ੍ਰਸਾਰ ਹੋਣਾ ਵੀ ਇੱਕ ਕਾਰਨ ਬਣਿਆ। ਗੁਰੂ ਸਾਹਿਬ ਦੇ ਜਿਹੜੇ ਕਿ ਸਿੱਖ ਧਰਮ ਦੇ ਪ੍ਰਚਾਰ ਲਈ ਕੀਤੀਆਂ ਗਈਆਂ ਯਾਤਰਾਵਾਂ ਤੋਂ ਕਾਫੀ ਜ਼ਿਆਦਾ ਲੋਕ ਪ੍ਰਭਾਵਿਤ ਹੋਏ ਅਤੇ ਹਜ਼ਾਰਾਂ ਲੋਕ ਆ ਜਿਹੜੇ ਕਿ ਸਿੱਖ ਮੱਤ ਦੇ ਵਿੱਚ ਸ਼ਾਮਿਲ ਹੋ ਗਏ ਅਤੇ ਇਸ ਨਾਲ ਆ ਜਿਹੜੇ ਕਿ ਸਿੱਖ ਧਰਮ ਦਾ ਵੱਧ ਤੋਂ ਵੱਧ ਪ੍ਰਚਾਰ ਅਤੇ ਪ੍ਰਸਾਰ ਹੋ ਰਿਹਾ ਸੀ ਅਤੇ ਇਹ ਵੀ ਜਿਹੜੇ ਕਿ ਔਰੰਗਜ਼ੇਬ ਬਰਦਾਸ਼ਤ ਨਹੀਂ ਕਰ ਪਾ ਰਿਹਾ ਸੀ। ਅਤੇ 5th ਪੁਆਇੰਟ ਹੈ ਕਸ਼ਮੀਰੀ ਪੰਡਤਾਂ ਦੀ ਉਪਕਾਰ। ਕਸ਼ਮੀਰ ਦਾ ਜਿਹੜੇ ਕਿ ਗਵਰਨਰ ਸੀ ਸ਼ੇਰ ਅਫਗਾਨ, ਉਹ ਇਸਲਾਮ ਧਰਮ ਕਬੂਲ ਕਰਵਾਉਣਾ ਚਾਹੁੰਦਾ ਸੀ ਅਤੇ ਜਿਸ ਕਰਕੇ ਉਹਨੇ ਕਸ਼ਮੀਰ ਦੇ ਵਿੱਚ ਜਿਹੜੇ ਕਿ ਬ੍ਰਾਹਮਣਾਂ 'ਤੇ ਘੋਰ ਅਤਿਆਚਾਰ ਕੀਤੇ ਅਤੇ ਜਦੋਂ ਉਹਨਾਂ ਨੂੰ ਬ੍ਰਾਹਮਣਾਂ ਨੂੰ ਆਪਣੇ ਧਰਮ ਦੇ ਬਚਾਅ ਲਈ ਕੋਈ ਰਸਤਾ ਨਜ਼ਰ ਨਾ ਆਇਆ ਤਾਂ ਪੰਡਿਤ ਕਿਰਪਾ ਰਾਮ ਦੀ ਅਗਵਾਈ ਦੇ ਹੇਠ ਜਿਹੜੇ ਕਿ ਉਹਨਾਂ ਦਾ ਇੱਕ ਦਲ
ਮਈ 1675 ਈਸਵੀ ਦੇ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਕੋਲ ਆਪਣੀ ਦੁੱਖ ਭਰੀ ਫਰਿਆਦ ਲੈ ਕੇ ਆਇਆ। ਤਾਂ ਗੁਰੂ ਸਾਹਿਬ ਦੇ ਮੁੱਖ ਤੇ ਜਿਹੜੀ ਕਿ ਗੰਭੀਰਤਾ ਵੇਖ ਕੇ ਬਾਲਕ ਗੋਬਿੰਦ ਰਾਏ, ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦਾ ਮੁੱਢਲਾ ਨਾਂ ਸੀ ਇਹ, ਗੋਬਿੰਦ ਰਾਏ ਨੇ ਪਿਤਾ ਜੀ ਤੋਂ ਜਿਹੜੇ ਕਿ ਇਸ ਦਾ ਕਾਰਨ ਪੁੱਛਿਆ ਤਾਂ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਜੀ ਨੇ ਦੱਸਿਆ ਕਿ ਹਿੰਦੂ ਧਰਮ ਦੀ ਰੱਖਿਆ ਲਈ ਕਿਸੇ ਮਹਾਂਪੁਰਸ਼ ਨੂੰ ਕੁਰਬਾਨੀ ਦੇਣ ਦੀ ਲੋੜ ਹੈ। ਤਾਂ ਗੁਰੂ ਗੋਬਿੰਦ ਰਾਏ ਨੇ ਜਿਹੜੇ ਕਿ ਝੱਟ ਉੱਤਰ ਦਿੱਤਾ ਕਿ ਪਿਤਾ ਜੀ ਤੁਹਾਡੇ ਤੋਂ ਵੱਡਾ ਮਹਾਂਪੁਰਸ਼ ਹੋਰ ਕੌਣ ਹੋ ਸਕਦਾ। ਤਾਂ ਬਾਲਕ ਦੇ ਮੁੱਖੋਂ ਇਹ ਉੱਤਰ ਸੁਣ ਕੇ ਗੁਰੂ ਜੀ ਬਹੁਤ ਖੁਸ਼ ਹੋਏ ਤੇ ਉਹਨਾਂ ਨੇ ਪੰਡਤਾਂ ਨੂੰ, ਕਸ਼ਮੀਰੀ ਪੰਡਤਾਂ ਨੂੰ ਕਿਹਾ ਕਿ ਉਹ ਜਾ ਕੇ ਮੁਗਲ ਅਧਿਕਾਰੀਆਂ ਨੂੰ ਇਹ ਸਾਫ਼-ਸਾਫ਼ ਦੱਸ ਦੇਣ ਕਿ ਜੇ ਉਹ ਗੁਰੂ ਤੇਗ ਬਹਾਦਰ ਜੀ ਨੂੰ ਮੁਸਲਮਾਨ ਬਣਾ ਲੈਣ ਤਾਂ ਉਹ ਸਾਰੇ ਬਿਨਾਂ ਕਿਸੇ ਵਿਰੋਧ ਦੇ ਇਸਲਾਮ ਧਰਮ ਸਵੀਕਾਰ ਕਰ ਲੈਣਗੇ। ਇਹ ਵੀ ਜਿਹੜੇ ਕਿ ਕਸ਼ਮੀਰੀ ਪੰਡਤਾਂ ਦੀ ਪੁਕਾਰ ਹੈ ਜਿਹੜੇ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਾ ਕਾਰਨ ਬਣੀ। ਤੇ ਗੁਰੂ ਤੇਗ ਬਹਾਦਰ ਜੀ ਕਸ਼ਮੀਰੀ ਪੰਡਤਾਂ ਦੀ ਖਾਤਰ ਜਿਹੜੇ ਕਿ ਉਹਨਾਂ ਨੇ ਤਿਲਕ ਜੰਜੂ ਦੀ ਖਾਤਰ ਜਿਹੜੇ ਕਿ ਦਿੱਲੀ ਦੇ ਵਿੱਚ ਆਪਣਾ ਜਿਹੜੀ ਕਿ ਸ਼ਹੀਦੀ ਪ੍ਰਾਪਤ ਕੀਤੀ। ਨੈਕਸਟ ਹੈ ਥਰਡ ਕੁਐਸਚਨ, ਕੀ ਲਾਰਡ ਡਲਹੌਜੀ ਦੁਆਰਾ ਪੰਜਾਬ ਨੂੰ ਬ੍ਰਿਟਿਸ਼ ਸਾਮਰਾਜ ਦੇ ਵਿੱਚ ਮਿਲਾਉਣਾ ਜਾਇਜ਼ ਸੀ? ਆਪਣੇ ਉੱਤਰ ਦੇ ਹੱਕ ਵਿੱਚ ਦਲੀਲਾਂ ਦਿਓ। ਤਾਂ ਇਸ ਦਾ ਆਨਸਰ ਹੈ ਹਾਂਜੀ, ਆਨਸਰ ਹੈ ਫਸਟ ਹੈਡਿੰਗ, ਸਿੱਖਾਂ ਨੇ ਆਪਣੇ ਸ਼ਰਤਾਂ ਨੂੰ ਤੋੜਿਆ। ਲਾਰਡ ਡਲਹੌਜੀ ਨੇ ਜਿਹੜੇ ਕਿ 29 ਮਾਰਚ 1849 ਈਸਵੀ ਨੂੰ ਪੰਜਾਬ ਨੂੰ ਬ੍ਰਿਟਿਸ਼ ਸਾਮਰਾਜ ਦੇ ਵਿੱਚ ਮਿਲਾਇਆ ਸੀ। ਤਾਂ ਉਹਦੇ ਪੱਖ ਦੇ ਵਿੱਚ ਦਲੀਲਾਂ ਦੇ ਵਿੱਚ ਫਸਟ ਪੁਆਇੰਟ ਆਉਂਦਾ ਸਿੱਖਾਂ ਨੇ ਆਪਣੇ ਸ਼ਰਤਾਂ ਨੂੰ ਤੋੜਿਆ। ਲਾਰਡ ਡਲਹੌਜੀ ਨੇ ਸਿੱਖਾਂ ਉੱਤੇ ਇਹ ਦੋਸ਼ ਲਾਇਆ ਕਿ ਭੈਰੋਵਾਲ ਦੀ ਸੰਧੀ ਜਿਹੜੇ ਕਿ 16 ਦਸੰਬਰ 1846 ਈਸਵੀ ਨੂੰ ਹੋਈ ਸੀ, ਉਹਦੀਆਂ ਸ਼ਰਤਾਂ ਨੂੰ ਜਿਹੜੇ ਕਿ ਸਿੱਖਾਂ ਨੇ ਤੋੜਿਆ। ਤੇ ਸਿੱਖਾਂ ਸਰਦਾਰਾਂ ਨੇ ਜਿਹੜੇ ਕਿ ਇਹ ਵਚਨ ਦਿੱਤਾ ਸੀ ਕਿ ਉਹ ਅੰਗਰੇਜ਼ ਰੈਜ਼ੀਡੈਂਟ ਨੂੰ ਪੂਰਾ ਸਹਿਯੋਗ ਦੇਣਗੇ, ਲੇਕਿਨ ਉਹਨਾਂ ਨੇ ਸ਼ਰਤਾਂ ਨੂੰ ਤੋੜਿਆ। ਉਹਨਾਂ ਨੇ ਰਾਜ ਦੇ ਵਿੱਚ ਅਸ਼ਾਂਤੀ ਤੇ ਵਿਦਰੋਹ ਫੈਲਾਉਣ ਦਾ ਯਤਨ ਕੀਤਾ, ਜਿਸ ਕਰਕੇ ਜਿਹੜੇ ਕਿ ਲਾਰਡ ਡਲਹੌਜੀ ਨੇ ਕਿਹਾ ਕਿ ਉਸ ਟਾਈਮ ਦੇ ਵਿੱਚ ਜਿਹੜੇ ਕਿ ਕਾਬੂ ਪਾਉਣ ਦੇ ਲਈ ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਦੇ ਵਿੱਚ ਮਿਲਾਉਣਾ ਜ਼ਰੂਰੀ ਸੀ। ਇਹ ਉਹਨੇ ਆਪਣੇ ਪੱਖ ਦੇ ਵਿੱਚ ਜਿਹੜੇ ਕਿ ਦਲੀਲਾਂ ਪੇਸ਼ ਕੀਤੀਆਂ ਗਈਆਂ। ਸੈਕਿੰਡ, ਪੰਜਾਬ ਦਾ ਚੰਗਾ ਮੱਧਵਰਤੀ ਰਾਜ ਨਾ ਰਹਿਣਾ। ਲਾਰਡ ਹਾਰਡਿੰਗ ਜਿਹੜਾ ਕਿ ਗਵਰਨਰ ਜਨਰਲ ਸੀ ਪਹਿਲੇ ਐਂਗਲੋ ਸਿੱਖ ਯੁੱਧ ਦੇ ਸਮੇਂ, ਉਸ ਦਾ ਵਿਚਾਰ ਸੀ ਕਿ ਪੰਜਾਬ ਇੱਕ ਲਾਭਦਾਇਕ ਮੱਧਵਰਤੀ ਰਾਜ ਸਿੱਧ ਹੋਵੇਗਾ ਤੇ ਬ੍ਰਿਟਿਸ਼ ਰਾਜ ਨੂੰ ਜਿਹੜੇ ਕਿ ਅਫਗਾਨਿਸਤਾਨ ਵੱਲੋਂ ਕਿਸੇ ਖਤਰੇ ਦਾ ਕੋਈ ਸਾਹਮਣਾ ਨਹੀਂ ਕਰਨਾ ਪਊਗਾ। ਪਰੰਤੂ ਉਹਦਾ ਇਹ ਵਿਚਾਰ ਗਲਤ ਸਾਬਿਤ ਹੋਇਆ, ਕਿਉਂਕਿ ਸਿੱਖਾਂ ਤੇ ਅਫਗਾਨਾਂ ਦੇ ਵਿੱਚ ਜਿਹੜੀ ਕਿ ਦੋਸਤੀ ਹੋ ਗਈ ਤੇ ਇਸ ਦੋਸਤੀ ਦੇ ਕਾਰਨ ਹੀ ਲਾਰਡ ਡਲਹੌਜੀ ਨੇ ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਦੇ ਵਿੱਚ ਸ਼ਾਮਿਲ ਕਰਨਾ ਜ਼ਰੂਰੀ ਸਮਝਿਆ। ਥਰਡ, ਕਰਜ਼ੇ ਦੀ ਅਦਾਇਗੀ ਨਾ ਕਰਨਾ। ਲਾਰਡ ਡਲਹੌਜੀ ਨੇ ਇਹ ਦੋਸ਼ ਲਗਾਇਆ ਕਿ ਭੈਰੋਵਾਲ ਦੀ ਸੰਧੀ ਦੇ ਅਨੁਸਾਰ ਹੈ ਜਿਹੜੇ ਕਿ ਲਾਹੌਰ ਦਰਬਾਰ ਨੂੰ ਅੰਗਰੇਜ਼ਾਂ ਨੂੰ 22 ਲੱਖ ਰੁਪਏ ਸਾਲਾਨਾ ਜਿਹੜੇ ਕਿ ਟੈਕਸ ਦੇਣਾ ਸੀ, ਪਰ ਜੁਰਮਾਨਾ ਅਦਾਇਗੀ ਕਰਜ਼ੇ ਦੀ ਕਰਨੀ ਸੀ। ਪਰ ਲਾਹੌਰ ਦਰਬਾਰ ਨੇ ਜਿਹੜੇ ਕਿ ਕੁਝ ਵੀ ਨਾ ਦਿੱਤਾ, ਜਿਸ ਕਰਕੇ ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਦੇ ਵਿੱਚ ਸ਼ਾਮਿਲ ਕਰਨਾ ਜ਼ਰੂਰੀ ਸੀ, ਉਚਿਤ ਸੀ। ਫੋਰਥ, ਪੰਜਾਬ ਉੱਤੇ ਅੰਗਰੇਜ਼ ਕਬਜ਼ਾ ਕਰਨਾ ਲਾਭਦਾਇਕ ਸੀ। ਪਹਿਲੇ ਐਂਗਲੋ ਸਿੱਖ ਯੁੱਧ ਦੇ ਪਿੱਛੋਂ ਜਿਹੜੇ ਕਿ ਅੰਗਰੇਜ਼ਾਂ ਦਾ ਇਹ ਵਿਚਾਰ ਸੀ ਕਿ ਆਰਥਿਕ ਪੱਖ ਤੋਂ ਪੰਜਾਬ ਕੋਈ ਜਿਹੜੇ ਕਿ ਲਾਭਦਾਇਕ ਸਟੇਟ ਨਹੀਂ ਹੈਗਾ, ਪਰ ਪੰਜਾਬ ਦੇ ਵਿੱਚ ਜਦੋਂ ਉਹ 2 ਸਾਲ ਰਹੇ ਤਾਂ ਉਹਨਾਂ ਨੂੰ ਅਹਿਸਾਸ ਹੋਇਆ ਕਿ ਰਾਜ ਇਹ ਪੰਜਾਬ ਰਾਜ ਹੈ ਜਿਹੜੇ ਕਿ ਕਈ ਪੱਖਾਂ ਤੋਂ ਅੰਗਰੇਜ਼ਾਂ ਲਈ ਲਾਭਦਾਇਕ ਸਿੱਧ ਹੋਊਗਾ। ਤਾਂ ਜਿਸ ਕਰਕੇ ਲਾਰਡ ਡਲਹੌਜੀ ਨੇ ਪੰਜਾਬ ਨੂੰ ਆਪਣੇ ਕਬਜ਼ੇ ਦੇ ਵਿੱਚ ਬ੍ਰਿਟਿਸ਼ ਰਾਜ ਦੇ ਵਿੱਚ ਕਬਜ਼ੇ 'ਚ ਕਰਨ ਬਾਰੇ ਪੱਕਾ ਨਿਸ਼ਚੈ ਕੀਤਾ, ਪੱਕਾ ਇਰਾਦਾ ਬਣਾਇਆ। ਫਿਫਥ ਪੁਆਇੰਟ ਆ, ਪੰਜਾਬ ਉੱਤੇ ਕਬਜ਼ਾ ਕਰਨਾ ਜ਼ਰੂਰੀ ਸੀ। ਪੰਜਾਬ ਨੂੰ ਜਿਹੜੇ ਕਿ ਅੰਗਰੇਜ਼ੀ ਸਾਮਰਾਜ ਦੇ ਵਿੱਚ ਸ਼ਾਮਲ ਨਾ ਕੀਤੇ ਜਾਂਦਾ ਤਾਂ ਸਿੱਖਾਂ ਨੇ ਜਿਹੜੇ ਕਿ ਅੰਗਰੇਜ਼ਾਂ ਨੇ ਸੋਚਿਆ ਕਿ ਜੇ ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਦੇ ਵਿੱਚ ਸ਼ਾਮਲ ਨਾ ਕਰਿਆ ਜਾਵੇ ਤਾਂ ਸਿੱਖਾਂ ਨੇ ਅੰਗਰੇਜ਼ੀ ਸਾਮਰਾਜ ਦੇ ਵਿਰੁੱਧ ਜਿਹੜੀ ਕਿ ਹਮੇਸ਼ਾ ਸਾਜ਼ਿਸ਼ਾਂ ਕਰਦੇ ਰਹਿਣਾ। ਤਾਂ ਇਸ ਦਾ ਪ੍ਰਭਾਵ ਆ ਜਿਹੜੇ ਕਿ ਭਾਰਤ ਦੇ ਦੂਜੇ ਹਿੱਸਿਆਂ ਦੇ ਵਿੱਚ ਪਊਗਾ, ਭਾਵ ਕਿ ਸਿੱਖਾਂ ਨੂੰ ਦੇਖ ਕੇ ਦੂਜੇ ਲੋਕ ਵੀ ਜਿਹੜੇ ਕਿ ਵਿਦਰੋਹ ਕਰਨਗੇ। ਤਾਂ ਇਸ ਵਿਦਰੋਹ ਨੂੰ ਦਬਾਉਣ ਦੇ ਲਈ ਜਾਂ ਇਸ ਸਾਜ਼ਿਸ਼ ਉਹਨਾਂ ਨੂੰ ਲੱਗਿਆ ਵੀ ਜੋ ਇਹ ਸਿੱਖ ਕਰਨਗੇ ਉਸ ਸਾਰੇ ਤੋਂ ਮੁਕਤੀ ਪ੍ਰਾਪਤ ਕਰਨ ਦੇ ਲਈ ਉਹਨਾਂ ਨੇ ਪੰਜਾਬ ਉੱਤੇ ਕਬਜ਼ਾ ਕਰਨਾ ਜ਼ਰੂਰੀ ਸਮਝਿਆ। ਤੇ ਇਸੇ ਨੂੰ ਇਹਨਾਂ ਪੁਆਇੰਟਸ ਨੂੰ ਜਿਹੜੇ ਕਿ ਉੱਧਰ ਰੱਖਦੇ ਹੋਏ ਇਹ ਪੱਖ ਦੇ ਵਿੱਚ ਦਲੀਲਾਂ ਨੇ ਕਿ ਅੰਗਰੇਜ਼ਾਂ ਨੇ ਪੰਜਾਬ ਨੂੰ ਬ੍ਰਿਟਿਸ਼ ਸਾਮਰਾਜ ਦੇ ਵਿੱਚ ਸ਼ਾਮਿਲ ਕੀਤਾ। ਹਾਂਜੀ, ਫਸਟ ਪੁਆਇੰਟ ਹੈ ਦਲ ਖਾਲਸਾ ਦਾ ਸੰਗਠਨ। 1748 ਈਸਵੀ ਦੇ ਵਿੱਚ ਜਿਹੜੇ ਕਿ ਸਿੱਖਾਂ ਦੇ 11 ਜਾਂ 12 ਜਥੇ ਬਣ ਗਏ ਸੀ, ਜਿਸ ਨੂੰ ਦਲ ਖਾਲਸਾ
ਦੇ ਵਿੱਚ ਸੰਗਠਿਤ ਕੀਤਾ ਗਿਆ। ਅਤੇ ਜੱਸਾ ਸਿੰਘ ਆਹਲੋਵਾਲੀਆ ਨੂੰ ਦਲ ਖਾਲਸਾ ਦਾ ਪ੍ਰਧਾਨ ਸੈਨਾਪਤੀ ਬਣਾਇਆ ਗਿਆ। ਅਤੇ ਦਲ ਖਾਲਸਾ ਦੇ ਨਾਲ ਜਿਹੜੇ ਕਿ ਸਿੱਖਾਂ ਦੀ ਪਾਵਰ ਨੂੰ ਇੱਕ ਵਿਸ਼ੇਸ਼ ਤਾਕਤ ਮਿਲੀ ਹੋਈ ਸੀ, ਅਤੇ ਸਿੱਖ ਆ ਜਿਹੜੇ ਕਿ ਧਾਰਮਿਕ ਉਤਸ਼ਾਹ ਨਾਲ ਦੁਸ਼ਮਣਾਂ ਦਾ ਮੁਕਾਬਲਾ ਕਰਦੇ ਸੀ, ਅਤੇ ਜਿਸ ਕਰਕੇ ਜਿਹੜੇ ਕਿ ਮੀਰ ਮੰਨੂ ਸਿੱਖਾਂ ਨੂੰ ਕੁਚਲਣ ਦੇ ਵਿੱਚ ਅਸਫਲ ਹੋ ਗਿਆ, ਨਾਕਾਮਯਾਬ ਹੋ ਗਿਆ। ਸੈਕਿੰਡ, ਸਿੱਖਾਂ ਦੇ ਅਸਧਾਰਨ ਗੁਣ। ਸਿੱਖਾਂ ਦੇ ਵਿੱਚ ਜਿਹੜੇ ਕਿ ਦ੍ਰਿੜਤਾ, ਹੌਸਲਾ, ਬਹਾਦਰੀ, ਆਤਮ ਬਲੀਦਾਨ, ਇਹ ਸਾਰੇ ਜਿਹੜੇ ਕਿ ਅਸਧਾਰਨ ਗੁਣ ਪਾਏ ਜਾਂਦੇ ਸੀ। ਅਤੇ ਮੀਰ ਮੰਨੂ ਨੇ ਸਿੱਖਾਂ ਵਿਰੁੱਧ ਜਿਹੜੇ ਕਿ ਕਾਫੀ ਜ਼ਿਆਦਾ ਕਾਰਵਾਈਆਂ ਕੀਤੀਆਂ, ਪਰੰਤੂ ਸਿੱਖਾਂ ਨੂੰ ਜਿਹੜੇ ਕਿ ਉਹ ਦਬਾਉਣ ਦੇ ਵਿੱਚ ਨਾਕਾਮਯਾਬ ਰਿਹਾ। ਥਰਡ, ਸਿੱਖਾਂ ਦੇ ਗੁਰੀਲਾ ਯੁੱਧ ਪ੍ਰਣਾਲੀ। ਸਿੱਖਾਂ ਨੇ ਜਿਹੜੇ ਕਿ ਮੀਰ ਮੰਨੂ ਦਾ ਗੁਰੀਲਾ ਯੁੱਧ ਪ੍ਰਣਾਲੀ ਰਾਹੀਂ ਵਿਰੋਧ ਕੀਤਾ, ਅਤੇ ਗੁਰੀਲਾ ਯੁੱਧ ਪ੍ਰਣਾਲੀ ਦੇ ਵਿੱਚ ਜਿਹੜੇ ਕਿ ਉਹ ਮੌਕਾ ਦੇਖ ਕੇ ਦੁਸ਼ਮਣਾਂ ਉੱਤੇ ਹਮਲਾ ਕਰਦੇ ਸੀ, ਅਤੇ ਜਦੋਂ ਦੁਸ਼ਮਣ ਉਹਨਾਂ 'ਤੇ ਉਲਟਾ ਵਾਰ ਕਰਦੇ ਸੀ ਤਾਂ ਅਚਾਨਕ ਹੈ ਜਿਹੜੇ ਕਿ ਉਹ ਲੁਕ ਜਾਂਦੇ ਸੀ। ਇਸ ਦੇ ਨਾਲ ਜਿਹੜੇ ਕਿ ਗੁਰੀਲਾ ਯੁੱਧ ਪ੍ਰਣਾਲੀ ਦੇ ਰਾਹੀਂ ਵੀ ਜਿਹੜੇ ਕਿ ਸਿੱਖ ਮੀਰ ਮੰਨੂ ਨੂੰ ਹਰਾਉਣ ਦੇ ਵਿੱਚ ਸਫਲ ਰਹੇ, ਅਤੇ ਮੀਰ ਮੰਨੂ ਸਿੱਖਾਂ ਨੂੰ ਦਬਾਉਣ ਦੇ ਵਿੱਚ ਅਸਫਲ ਰਿਹਾ। ਉਸ ਤੋਂ ਅੱਗੇ ਫੋਰਥ ਪੁਆਇੰਟ ਆ ਦੀਵਾਨ ਕੌੜਾ ਮੱਲ ਦਾ ਸਿੱਖਾਂ ਨੂੰ ਸਹਿਯੋਗ। ਮੀਰ ਮੰਨੂ ਦਾ ਜਿਹੜੇ ਕਿ ਦੀਵਾਨ ਕੌੜਾ ਮੱਲ ਸੀ ਉਹ ਜਿਹੜੇ ਕਿ ਸਿੱਖਾਂ ਦਾ ਪੱਖ ਲੈਂਦਾ ਸੀ, ਅਤੇ ਕੌੜਾ ਮੱਲ ਆ ਜਿਹੜੇ ਕਿ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਦੇ ਵਿੱਚ ਵਿਸ਼ਵਾਸ ਰੱਖਦਾ ਸੀ, ਅਤੇ ਸਿੱਖਾਂ ਦੇ ਨਾਲ ਦਿਲੋਂ ਹਮਦਰਦੀ ਰੱਖਦਾ ਸੀ, ਭਾਵ ਕਿ ਉਹ ਇੱਕ ਸਹਿਜਧਾਰੀ ਸਿੱਖ ਸੀ। ਅਤੇ ਜਦੋਂ ਵੀ ਮੀਰ ਮੰਨੂ ਜਿਹੜੇ ਕਿ ਸਿੱਖਾਂ ਵਿਰੁੱਧ ਕਾਰਵਾਈ ਕਰਨ ਦੇ ਲਈ ਕੌੜਾ ਮੱਲ ਨੂੰ ਆਦੇਸ਼ ਦਿੰਦਾ ਸੀ, ਤਾਂ ਜਿਹੜੇ ਕਿ ਉਹ ਉਹਨਾਂ ਦੀ ਜਿਹੜੇ ਕਿ ਪਾਲਣਾ ਨਹੀਂ ਕਰਦਾ ਸੀ, ਭਾਵ ਕਿ ਅੰਦਰ ਖਾਤੇ ਜਿਹੜੇ ਕਿ ਉਹ ਸਿੱਖਾਂ ਨਾਲ ਮਿਲਿਆ ਹੋਇਆ ਸੀ, ਜਿਸ ਕਰਕੇ ਸਿੱਖ ਜਿਹੜੇ ਕਿ ਕੌੜਾ ਮੱਲ ਨੂੰ ਮਿੱਠਾਂ ਵਾਲਾ ਵੀ ਕਹਿੰਦੇ ਸੀ। ਉਸ ਤੋਂ ਅੱਗੇ ਅਦੀਨਾ ਬੇਗ ਦੀ ਦੋਗਲਾ ਨੀਤੀ। ਜਲੰਧਰ ਨਵਾਬ ਦਾ ਜਿਹੜਾ ਕਿ ਫੌਜਦਾਰ ਅਦੀਨਾ ਬੇਗ, ਉਹ ਵੀ ਸਿੱਖਾਂ ਨਾਲ ਅੰਦਰ ਖਾਤੇ ਉਹਨੇ ਸਮਝੌਤਾ ਕਰ ਰੱਖਿਆ ਸੀ, ਅਤੇ ਜਦੋਂ ਮੀਰ ਮੰਨੂ ਸਿੱਖਾਂ ਨੂੰ ਕੁਚਲਣ ਦੇ ਲਈ ਸਖਤ ਹੁਕਮ ਭੇਜਦਾ ਸੀ, ਤਾਂ ਅਦੀਨਾ ਬੇਗ ਆ ਜਿਹੜੇ ਕਿ ਦਿਖਾਵੇ ਲਈ ਸਿੱਖਾਂ ਵਿਰੁੱਧ ਜਿਹੜੇ ਕਿ ਕੁਛ ਸਮੇਂ ਲਈ ਕਾਰਵਾਈ ਕਰਦਾ ਸੀ, ਅਤੇ ਜਾਣ ਬੁੱਝ ਕੇ ਢਿੱਲਾ ਪੈ ਜਾਂਦਾ ਸੀ। ਅਤੇ ਅਦੀਨਾ ਬੇਗ ਦੀ ਜਿਹੜੀ ਕਿ ਦੋਗਲੀ ਨੀਤੀ ਦੇ ਨਾਲ ਵੀ ਜਿਹੜੇ ਕਿ ਸਿੱਖ ਦੀ ਪਾਵਰ ਨੂੰ ਜਿਹੜੇ ਕਿ ਦਬਾਉਣ ਦੇ ਵਿੱਚ ਮੀਰ ਮੰਨੂ ਨਾਕਾਮਯਾਬ ਰਿਹਾ, ਅਸਫਲ ਰਿਹਾ। ਹਾਂਜੀ, ਇਹ ਸੀ ਜਿਹੜੇ ਕਿ ਤੁਹਾਡੇ ਆਨਸਰ ਸੀ 5 ਮਾਰਕਸ ਵਾਲੇ 'ਤੇ। ਆਈ ਹੋਪ ਸਟੂਡੈਂਟਸ ਤੁਸੀਂ ਵੀਡੀਓ ਨੂੰ ਲਾਈਕ ਕਰੋਗੇ ਅਤੇ ਵੱਧ ਤੋਂ ਵੱਧ ਸ਼ੇਅਰ ਕਰੋਗੇ। ਥੈਂਕਸ।